बहुत जन्म बहुत जन्म बिछरे थे मादो, एह जन्म तुम्हारे लिखे। कह रविदास आस लग जीवो, चिर भयो दर्शन दिखे। का मथुरा का द्वार का काशी हरिद्वार। रविदास खोजा दिल अपना, तो मिलया दिलदार। रविदास खोजा दिल अपना, तो मिलया दिलदार। परम सत्कारयोग धन धन सच्चे पातशाह ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਅੱਜ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਆਪਾਂ ਕੱਤਕ ਮਹੀਨੇ ਦੀ ਸੰਗਰਾਂਦ ਮਨਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਈ ਸਾਰੀ ਸੰਗਤ ਨੂੰ ਔਰ ਰਵਿਦਾਸੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਕੱਤਕ ਮਹੀਨੇ ਦੀ ਸ਼ੁਰੂਆਤ 'ਤੇ ਬਹੁਤ ਬਹੁਤ ਵਧਾਈ ਹੋਵੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਮਹੀਨਾ, ਆਉਣ ਵਾਲਾ ਸਮਾਂ, ਹਰ ਘੜੀ ਹਰ ਪਲ ਆਪ ਸਭ ਸੰਗਤਾਂ ਦੇ ਵਾਸਤੇ, ਸਮੁੱਚੇ ਜਗਤ ਦੇ ਵਾਸਤੇ ਅਪਾਰ ਖੁਸ਼ੀਆਂ ਔਰ ਬਖਸ਼ਿਸ਼ਾਂ ਦੇ ਨਾਲ ਭਰਿਆ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਛੋਟੀ ਜਿਹੀ ਵਿਚਾਰ ਕਰਾਂਗੇ ਕਿ ਸੰਗਰਾਂਦ ਕੀ ਹੈ, ਕਿਉਂ ਮਨਾਈ ਜਾਂਦੀ ਹੈ। ਸੰਗਰਾਂਦ ਜਿਸ ਤਰ੍ਹਾਂ ਆਮ ਸਾਰੇ ਦਿਨ ਸ਼ੁਰੂ ਹੁੰਦੇ ਆ, ਉਦਾਂ ਹੀ ਇਹ ਵੀ ਦਿਨ ਸ਼ੁਰੂ ਹੁੰਦਾ ਆ, ਲੇਕਿਨ ਇੱਕ ਜਿੱਦਾਂ ਕਹਿ ਲਏ ਕਿ ਇੱਕ ਵਧੀਆ ਭਾਵਨਾ, ਇਹ ਅੰਦਰਲੀ ਗੱਲ ਹੈ। ਇੱਕ ਭਾਵਨਾ ਆ, ਇੱਕ ਸੋਚ ਹੈ, ਇੱਕ ਵਿਚਾਰ ਆ। ਕੋਈ ਵੀ ਜਦ ਕਾਰਜ ਸ਼ੁਰੂ ਕਰਦੇ ਆ ਨਾ, ਤੇ ਉਸ ਕਾਰਜ ਦੀ ਜਿਹੜੀ ਸ਼ੁਰੂਆਤ ਆਪਾਂ ਵਧੀਆ ਤਰੀਕੇ ਨਾਲ ਹੀ ਕਰਦੇ ਹਾਂ। ਅੱਗੇ ਜਾ ਕੇ ਭਾਵੇਂ ਉਹ ਕਾਰਜ ਕਿਸੇ ਹੋਰ ਰੂਪ ਦੇ ਵਿੱਚ ਚਲਾ ਜਾਏ, ਲੇਕਿਨ ਕਿਸੇ ਵੀ ਕਾਰਜ ਦੀ ਸ਼ੁਰੂਆਤ ਕਰਨ ਲੱਗੇ ਸਾਡਾ ਜਿਹੜਾ ਮਾਈਂਡ ਹੈ ਨਾ, ਇਹ ਬੜੀ ਇਕਾਗਰਤਾ ਦੇ ਵਿੱਚ ਹੁੰਦਾ ਆ। ਔਰ ਯਤਨ ਹਮੇਸ਼ਾ ਇਹ ਕੀਤਾ ਜਾਂਦਾ ਵੀ ਆਹ ਜਿਹੜਾ ਕਾਰਜ ਅੱਜ ਮੈਂ ਸ਼ੁਰੂ ਕਰਨ ਜਾ ਰਿਹਾ ਆ, ਇਸ ਕਾਰਜ ਨੂੰ ਮੈਂ ਵਧੀਆ ਢੰਗ ਦੇ ਨਾਲ ਕਰਕੇ ਇਹਦੀ ਸੰਪੂਰਨਤਾ ਤੱਕ ਪਹੁੰਚਣਾ ਆ, ਔਰ ਇਹਦਾ ਫਲ ਜਿਹੜਾ ਆ ਉਹ ਮੈਨੂੰ ਮਿਲਣਾ ਚਾਹੀਦਾ। ਅਸੀਂ ਇਸ ਆਸ ਦੇ ਨਾਲ,
ਇਸ ਇੱਛਾ ਦੇ ਨਾਲ ਉਸ ਕਾਰਜ ਦੀ ਸ਼ੁਰੂਆਤ ਕਰਦੇ ਹਾਂ। ਕੱਤਕ ਦਾ ਮਹੀਨਾ ਭਾਵ ਅੱਜ ਕੱਤਕ ਦੀ ਪਹਿਲੀ ਤਰੀਕ ਆ। ਜਿਸ ਤਰ੍ਹਾਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਇਹ ਸਾਰੇ ਮਹੀਨੇ ਆ। ਇਸੇ ਤਰ੍ਹਾਂ ਜੇਠ, ਵਿਸਾਖ, ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਇਹ ਕੱਤਕ ਦਾ ਮਹੀਨਾ ਵੀ ਹੈ। ਕੱਤਕ ਦੀ ਪਹਿਲੀ ਤਰੀਕ ਹੈ, ਤੇ ਪਹਿਲੀ ਤਰੀਕ ਨੂੰ ਅੱਜ ਆਪਾਂ ਜਿਵੇਂ ਸਾਰੀਆਂ ਸੰਗਤਾਂ ਬੈਠੀਆਂ ਨਾ, ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਆਸ਼ੀਰਵਾਦ ਲੈਣ ਆਏ ਹਾਂ ਵੀ ਲਓ ਜੀ, ਅੱਜ ਮਹੀਨੇ ਦਾ ਪਹਿਲਾ ਦਿਨ ਹੈ ਜੀ, ਪਹਿਲੇ ਦਿਨ ਜਾ ਕੇ ਗੁਰੂ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲਓ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਨਤਮਸਤਕ ਹੋਈਏ ਤਾਂ ਕਿ ਇਹ ਸਾਰਾ ਮਹੀਨਾ ਆਪਾਂ ਚੰਗੇ ਬਣ ਕੇ ਔਰ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸੁਖੀਆਂ ਭਰਿਆ, ਖੁਸ਼ੀਆਂ ਭਰਿਆ ਮਹੀਨਾ ਹੋਵੇ। ਇਸ ਕਰਕੇ ਸੰਗਰਾਂਦ ਵਾਲੇ ਦਿਨ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ, ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਜਾਂਦੇ ਹਾਂ, ਉਹਨਾਂ ਦਾ ਆਸ਼ੀਰਵਾਦ ਲੈਣ ਲਈ ਕਿ ਪਹਿਲਾ ਦਿਨ ਆ ਭਾਈ, ਆਸ਼ੀਰਵਾਦ ਲੈ ਕੇ ਮਹੀਨੇ ਦੀ ਸ਼ੁਰੂਆਤ ਕਰੋ। ਤੇ ਆਓ ਅੱਜ ਦੇ ਮਹੀਨੇ ਦੀ ਸ਼ੁਰੂਆਤ ਆਪਾਂ ਅੱਜ ਗੁਰੂ ਘਰ ਤੋਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਜੀ ਸਾਨੂੰ ਕੀ ਆਸ਼ੀਰਵਾਦ ਬਖਸ਼ਿਸ਼ ਕਰਦੇ ਨੇ, ਆਓ ਇਸ ਪਾਵਨ ਸ਼ਬਦ ਦੇ ਰਾਹੀਂ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੀ। ਕੱਤਕ ਕਰਮ ਤਿਆਗ ਕਰ, ਭਗਤ ਕਰੋ ਗੁਰਦੇਵ, ਸੋਹੰ ਸੋਹੰ ਜਪੰਦਿਆਂ, ਕਰ ਸੰਤਨ ਕੀ ਸੇਵ, ਮਾਤ तात और ਭਰਾਤ ਤੇ, प्रिय जान गुरुदेव, और सखा नह जगत में, जैसे है गुरुदेव, और सखा नह जगत में, जैसे है गुरुदेव। ਕੱਤਕ ਕਰਮ ਤਿਆਗ ਕਰ, ਭਗਤ ਕਰੋ ਗੁਰਦੇਵ। ਇੱਥੇ ਹੁਣ ਮਹਾਰਾਜ ਜੀ ਕਹਿੰਦੇ ਭਾਈ ਕਰਮ ਛੱਡ ਕੇ ਰੱਬ ਦੀ ਭਗਤੀ ਕਰਨੀ ਹੈ, ਗੁਰੂ ਦੇ ਚਰਨਾਂ ਨਾਲ ਜੁੜਨਾ ਆ। ਹੁਣ ਕਰਮ ਕਿਹੜਾ ਤਿਆਗਣਾ ਆ ਕਿਤੇ ਆਪਣੇ ਕੰਮ ਨਾ ਛੱਡ ਦਿਓ ਭਾਈ। ਹਾਂ, ਇਹ ਨਾ ਹੋਵੇ ਵੀ ਅਸੀਂ ਆਪਣੇ ਕੰਮ ਧੰਦੇ ਸਭ ਛੱਡ ਦਿੱਤੇ ਤੇ ਗੁਰੂ ਦੀ ਭਗਤੀ ਵਿੱਚ ਲੱਗ ਗਏ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਆਹ ਕਰਮ ਛੱਡਣ ਲਈ ਨਹੀਂ ਕਿਹਾ, ਮਹਾਰਾਜ ਜੀ ਨੇ ਮਾੜੇ ਕਰਮ ਛੱਡਣ ਲਈ ਕਿਹਾ ਆ। ਮਹਾਰਾਜ ਜੀ ਨੇ ਸਾਨੂੰ ਕਰਮ ਕਾਂਡ ਛੱਡਣ ਲਈ ਕਿਹਾ ਆ। ਮਹਾਰਾਜ ਜੀ ਨੇ ਸਾਨੂੰ ਵਹਿਮ ਭਰਮ ਛੱਡਣ ਲਈ ਕਿਹਾ ਆ। ਮਹਾਰਾਜ ਜੀ ਕਹਿੰਦੇ ਆ ਕਰਮ ਕਾਂਡ, ਵਹਿਮ ਭਰਮ ਤੇ ਮਾੜੇ ਕਰਮ ਸਾਰੇ ਛੱਡ ਕੇ ਭਗਤ ਕਰੋ ਗੁਰਦੇਵ, ਗੁਰੂ ਦੀ ਭਗਤੀ ਕਰੀਏ, ਗੁਰੂ ਦਾ ਨਾਮ ਜਪੀਏ। ਗੁਰੂ ਦੀ ਭਗਤੀ ਜ਼ਰੂਰੀ ਕਿਉਂ ਹੈ? ਵੈਸੇ ਤਾਂ ਇਹਦੇ ਕਈ ਪੱਖ ਆ, ਲੇਕਿਨ ਜਿੱਦਾਂ ਜਿੱਦਾਂ ਆਪਾਂ ਪੱਖ ਸਾਹਮਣੇ ਆਉਂਦੇ ਵਿਚਾਰਦੇ ਰਹਾਂਗੇ, ਕਿਉਂਕਿ ਸਮਾਂ ਬੜਾ ਨਿਸ਼ਚਿਤ ਹੁੰਦਾ ਆ ਔਰ ਆਪਣੇ ਸਮੇਂ ਦੇ ਵਿੱਚ ਇਸ ਸ਼ਬਦ ਦੀ ਵਿਆਖਿਆ ਨੂੰ ਵੀ ਪੂਰਾ ਕਰਨਾ ਹੁੰਦਾ ਆ। ਇਸ ਕਰਕੇ ਕਈ ਵਾਰੀ ਵਿਸਥਾਰ ਦੇ ਨਾਲ ਨਹੀਂ ਕਰ ਪਾਉਂਦੇ। ਗੁਰੂਦੇਵ, ਗੁਰੂ ਭਾਵ ਗਿਆਨ, ਔਰ ਜੀਵਨ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਗਿਆਨ। ਜੇਕਰ ਤੁਹਾਡੇ ਕੋਲ ਗਿਆਨ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਉੱਚੀਆਂ ਤੋਂ ਉੱਚੀਆਂ ਜਿਹੜੀਆਂ ਮੰਜ਼ਲਾਂ ਆ ਉਹਨਾਂ ਨੂੰ ਪਾਰ ਕਰਨਾ ਜਾਂ ਉਹਨਾਂ ਤੱਕ ਪਹੁੰਚਣਾ ਆਪਣੇ ਲਈ ਬੜਾ ਆਸਾਨ ਆ। ਤੇ ਜੇ ਗਿਆਨ ਨਹੀਂ ਹੈ ਤਾਂ ਛੋਟੀਆਂ ਛੋਟੀਆਂ ਮੰਜ਼ਲਾਂ ਤੱਕ ਪਹੁੰਚਣਾ ਜਾਂ ਉਹਨਾਂ ਨੂੰ ਪਾਰ ਕਰਨਾ ਵੀ ਬੜਾ ਕਠਿਨ ਹੋ ਜਾਂਦਾ ਹੈ।
ਬੜਾ ਕਠਿਨ ਹੋ ਜਾਂਦਾ ਹੈ। ਅਗਿਆਨਤਾ ਦੇ ਵਿੱਚ ਲਿਆ ਹੋਇਆ ਸਾਡਾ ਕੋਈ ਵੀ ਜਿਹੜਾ ਕਦਮ ਹੈ ਕਈ ਦਫਾ ਸਾਡੇ ਜੀਵਨ ਨੂੰ ਹੀ ਬਰਬਾਦ ਕਰ ਦਿੰਦਾ ਆ। ਗਿਆਨ ਔਰ ਅਗਿਆਨਤਾ ਬੜਾ ਅੰਤਰ ਆ। ਜਿੱਦਾਂ ਜੀਵਨ ਦੇ ਵਿੱਚ ਵਿਚਰਨ ਲਈ, ਦੁਨੀਆ ਦੇ ਵਿੱਚ ਵਿਚਰਨ ਲਈ ਸਾਨੂੰ ਗਿਆਨ ਦੀ ਲੋੜ ਹੁੰਦੀ ਹੈ, ਐਜੂਕੇਸ਼ਨ ਦੀ ਲੋੜ ਹੁੰਦੀ ਹੈ, ਪੜ੍ਹਾਈ ਦੀ ਲੋੜ ਹੈ। ਅਤੇ ਅੱਜ ਕੱਲ੍ਹ ਤਾਂ ਰਾਈਟ ਟੂ ਐਜੂਕੇਸ਼ਨ ਨਾਮ ਦਾ ਕਾਨੂੰਨ ਵੀ ਹੈ ਵੀ ਜਿਹੜੀ ਐਜੂਕੇਸ਼ਨ ਹੈ ਸਭਨਾਂ ਦਾ ਰਾਈਟ ਹੈ, ਅਧਿਕਾਰ ਹੈ। ਕੋਈ ਗਰੀਬ ਹੈ, ਕੋਈ ਅਮੀਰ ਹੈ। ਉਹ ਗੱਲ ਵੱਖਰੀ ਹੈ ਕਿ ਸਮੇਂ ਦੀਆਂ ਸਰਕਾਰਾਂ ਕਦੇ ਇਹਨਾਂ ਗੱਲਾਂ 'ਤੇ ਬਾਹਲਾ ਜ਼ੋਰ ਨਹੀਂ ਦਿੰਦੀਆਂ, ਕਿਉਂਕਿ ਕਿਤੇ ਨਾ ਕਿਤੇ ਉਹ ਵੀ ਸਮਝਦੇ ਆ ਵੀ ਜੇਕਰ ਇਹ ਸਮਾਜ ਪੜ੍ਹ ਲਿਖ ਜਾਣਗੇ ਤਾਂ ਫਿਰ ਇਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਗਿਆਨ ਜਿਹੜਾ ਆ ਉਹ ਹਰ ਇੱਕ ਇਨਸਾਨ ਲਈ ਬੜਾ ਜ਼ਰੂਰੀ ਹੈ। ਇੱਕ ਛੋਟੀ ਜਿਹੀ ਉਦਾਹਰਨ ਹੈ, ਬਾਹਲਾ ਦੂਰੀ ਤੱਕ ਨਹੀਂ ਜਾਣਾ ਆਪਾਂ। ਅਸੀਂ ਇੱਕ ਰਾਹ 'ਤੇ ਚਲੇ ਜਾ ਰਹੇ ਹਾਂ, ਜਦ ਤੱਕ ਤਾਂ ਉਹ ਰਾਹ ਇੱਕ ਆ ਤੇ ਆਰਾਮ ਨਾਲ ਚੱਲਦੇ ਜਾਵਾਂਗੇ। ਹੁਣ ਅੱਗੇ ਦੋ ਰਾਹ ਹੋ ਗਏ, ਨਵੇਂ ਰਾਸਤੇ ਆ, ਸਾਨੂੰ ਪਤਾ ਹੀ ਨਹੀਂ ਵੀ ਹੁਣ ਇੱਧਰਲੇ ਰਾਹ 'ਤੇ ਜਾਣਾ ਜਾਂ ਇੱਧਰਲੇ ਰਾਹ 'ਤੇ ਜਾਣਾ। ਇੱਧਰ ਉੱਧਰ ਦੇਖਿਆ ਵੀ ਕਿਹਨੂੰ ਪੁੱਛੀਏ, ਕੋਈ ਨਜ਼ਰ ਨਹੀਂ ਆਇਆ। ਬੋਰਡ ਲੱਗਿਆ ਹੋਇਆ ਆ, ਉਹਨਾਂ 'ਤੇ ਰਾਹਾਂ ਦਾ ਨਾਮ ਲਿਖਿਆ ਹੋਇਆ ਵੀ ਆਹ ਰਾਹ ਇੱਧਰਲੇ ਪਾਸੇ ਜਾ ਰਿਹਾ, ਆਹ ਰਾਹ ਇੱਧਰਲੇ ਪਾਸੇ ਜਾ ਰਿਹਾ। ਸਾਡੇ ਕੋਲ ਗਿਆਨ ਨਹੀਂ ਹੈ, ਨਾ ਰਾਹਾਂ ਦਾ ਗਿਆਨ ਹੈ ਅਤੇ ਨਾ ਉਹ ਜਿਹੜਾ ਬੋਰਡ ਦੇ ਉੱਪਰ ਲਿਖਿਆ, ਨਾ ਸਾਡੇ ਕੋਲ ਉਹਦਾ ਗਿਆਨ ਹੈ। ਉੱਥੇ ਅਸੀਂ ਫਸ ਜਾਂਦੇ ਹਾਂ ਵੀ ਹੁਣ ਕਰੀਏ ਕੀ, ਕਿਹੜਾ ਰਾਹ ਚੁਣੀਏ, ਕਿਹੜੇ ਮਾਰਗ 'ਤੇ ਜਾਈਏ। ਇੱਕ ਛੋਟੀ ਜਿਹੀ ਗੱਲ ਹੈ, ਲੇਕਿਨ ਅਸੀਂ ਇੱਥੇ ਫਸ ਜਾਂਦੇ ਹਾਂ। ਹੁਣ ਜਾਂ ਤਾਂ ਉੱਥੇ ਹੋ ਸਕਦਾ ਕਿ ਜਿਹੜਾ ਰਾਹ ਅਸੀਂ ਚੁਣਿਆ ਉਹ ਸਿੱਧਾ ਹੋਵੇ, ਹੋ ਸਕਦਾ ਜਿਹੜਾ ਰਾਹ ਅਸੀਂ ਚੁਣਿਆ ਉਹ ਸਾਨੂੰ ਕਿਸੇ ਹੋਰ ਪਾਸੇ ਲੈ ਜਾਏ। ਗਾਂ ਤਿੰਨ ਰਾਸਤੇ ਆ ਗਏ, ਹੋਰ ਜ਼ਿਆਦਾ ਦੁਵਿਧਾ ਦੇ ਵਿੱਚ ਪੈ ਗਏ ਵੀ ਪਹਿਲਾਂ ਤਾਂ ਦੋ ਰਾਸਤਿਆਂ ਦੇ ਚੱਕਰ 'ਚੋਂ ਬੜੀ ਮੁਸ਼ਕਲ ਨਾਲ ਨਿਕਲੇ, ਹੁਣ ਤਿੰਨ ਹੋ ਗਏ, ਹੁਣ ਕੀ ਕਰੀਏ। ਫਿਰ ਇੱਧਰ ਉੱਧਰ ਦੇਖਿਆ, ਕੋਈ ਨਹੀਂ ਨਜ਼ਰ ਆਇਆ। ਬੋਰਡ ਦੇ ਉੱਪਰ ਲਿਖਿਆ ਹੋਇਆ ਵੀ ਆਹ ਰਾਹ ਕਿੱਧਰ ਜਾ ਰਿਹਾ, ਆਹ ਕਿੱਧਰ ਜਾ ਰਿਹਾ, ਆਹ ਕਿੱਧਰ ਜਾ ਰਿਹਾ ਆ, ਲੇਕਿਨ ਗਿਆਨ ਕੋਲ ਨਹੀਂ ਹੈ। ਫਸ ਜਾਂਦੇ। ਗਿਆਨ ਜੀਵਨ ਦੇ ਵਿੱਚ ਬੜਾ ਜ਼ਰੂਰੀ ਹੈ। ਇੱਕ ਗਿਆਨ ਉਹ ਹੈ ਜਿਹੜਾ ਅਸੀਂ ਸਕੂਲਾਂ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ, ਤੇ ਇੱਕ ਗਿਆਨ ਉਹ ਹੈ ਜਿਹੜਾ ਅਸੀਂ ਗੁਰੂ ਕੋਲੋਂ ਪ੍ਰਾਪਤ ਕਰਦੇ ਹਾਂ। ਕੁਝ ਨਾਸਤਿਕ ਬਿਰਤੀ ਵਾਲੇ ਲੋਕ, ਅਕਸਰ ਉਹਨਾਂ ਦਾ ਜ਼ੋਰ ਲੱਗਿਆ ਰਹਿੰਦਾ ਆ ਵੀ ਦੁਨੀਆ ਨੂੰ ਇਹਨਾਂ ਗਿਆਨ ਦੇ ਨਾਲੋਂ, ਗੁਰੂਆਂ ਦੇ ਨਾਲੋਂ ਤੋੜ ਕੇ ਆਪਣੇ ਚੱਕਰਾਂ 'ਚ ਪਾਈਏ। ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਕਿਉਂਕਿ ਉਹਨਾਂ ਦੇ ਨਾਸਤਿਕ ਹੋਣ ਦੇ ਪਿੱਛੇ ਵੀ ਕਿਤੇ ਨਾ ਕਿਤੇ ਕੋਈ ਵਜ੍ਹਾ ਹੁੰਦੀ ਹੈ। ਉਹ ਗੁਰੂ ਦੀ ਬਾਣੀ ਨੂੰ ਢੰਗ ਨਾਲ ਸਮਝ ਨਹੀਂ ਪਾਉਂਦੇ, ਤਾਂ ਕਿਤੇ ਨਾ ਕਿਤੇ ਉਹ ਨਾਸਤਿਕਤਾ ਵੱਲ ਵੱਧ ਜਾਂਦੇ ਆ। ਆਸਤਿਕ ਦਾ ਰਾਸਤਾ ਬੜਾ ਔਖਾ ਹੈ ਅਤੇ ਨਾਸਤਿਕ ਦਾ ਰਾਸਤਾ ਬੜਾ ਆਸਾਨ ਹੈ। ਬੜਾ ਅੰਤਰ ਆ। ਮੈਂ ਪਰਮਾਤਮਾ 'ਚ ਵਿਸ਼ਵਾਸ ਰੱਖਦਾ ਹਾਂ ਅਤੇ ਮੈਨੂੰ ਹਰ ਜਗ੍ਹਾ 'ਤੇ ਪ੍ਰੀਖਿਆ ਦੇਣੀ ਪੈਣੀ ਹੈ। ਮੈਂ ਰੱਬ ਦੇ ਵਿੱਚ ਨਹੀਂ ਵਿਸ਼ਵਾਸ ਰੱਖਦਾ, ਮੇਰੀ ਕੋਈ ਪ੍ਰੀਖਿਆ ਨਹੀਂ ਹੈ। ਬੜਾ ਔਖਾ ਮਾਰਗ ਹੈ। ਗੁਰੂ ਦਾ ਗਿਆਨ ਬੜਾ ਜ਼ਰੂਰੀ ਹੈ। ਸਾਡੇ ਜੀਵਨ ਦਾ ਹਰ ਇੱਕ ਮੋੜ ਧਿਆਨ ਦੇਣਾ। ਜਿਨ੍ਹਾਂ ਦਾ ਥੋੜ੍ਹਾ ਜਿਹਾ ਵੀ ਪਿਆਰ ਹੈ ਨਾ ਗੁਰੂ ਦੀ ਬਾਣੀ ਨਾਲ, ਉਹ ਜ਼ਰੂਰ ਧਿਆਨ ਦੇਣ। ਸਾਡੇ ਜੀਵਨ ਦਾ ਹਰ ਇੱਕ ਮੋੜ ਜਿਹੜਾ ਆ, ਹਰ ਇੱਕ ਮੋੜ 'ਤੇ ਅਸੀਂ ਕਿੱਦਾਂ ਵਿਚਰਨਾ ਆ, ਸੱਚ ਜਾਣਿਓ ਉਹਨਾਂ ਮੋੜਾਂ ਦਾ ਗਿਆਨ, ਉਹਨਾਂ ਰਾਹਾਂ ਦਾ ਗਿਆਨ ਸਾਨੂੰ ਗੁਰੂ ਦੀ ਬਾਣੀ ਵਿੱਚੋਂ ਮਿਲਦਾ ਆ। ਗੁਰੂ ਮਹਾਰਾਜ ਸਮਝਾਉਂਦੇ ਆ
भी अगर ऐसी स्थिति आ गई तो तू की करना आ, अगर ऐसी स्थिति आ गई तो तू की करना आ। हर एक मोड़, हर एक कदम का ज्ञान गुरु की बाणी विच है। और जो खोजे सो पावे, जिन्हों ने ज्ञान वो खोजा उन्होंने पाया आ। तो गुरु प्यारी साध संगत जिन्हें ज्ञान खोज ही नहीं किया उन्होंने पाना की है, उन्होंने की पा लेना। ये एक शरीर आ। हुण सानू कोई पुछे भाई आ तेरे सामने जिहड़ा शरीर पिया इहदे विच की है, असीं की दसांगे? साडी अपनी एक दृष्टि है कि ये जिहड़ा शरीर आ, देखो जी, इनू आ दो पैर लगे, दो हथ लगे, दो अखां लगियां, दो नासकां लगियां, दो करन लगे, आ बाल आ दंद आ इहदे लिप्स आ इहदा गला आ इहदी छाती है। असीं ये दस देवांगे जो सानू नज़र आ रहा ना, असीं वो सारा कुछ दस सकते हाँ। तो जो नज़र नहीं आ रहा वो सानू पता लगा दूसरिਆਂ ਕੋਲੋਂ, डॉक्टरां ਕੋਲੋਂ, वैद्यां ਕੋਲੋਂ, हकीमां ਕੋਲੋਂ। तो असीं ਉਹਦੇ बारे दसदे भी ਇਹਦੇ अंदर ਇੰਨੀਆਂ हड्डियां जी, ਇੰਨਾ ਇਹਦੇ ਵਿੱਚ मास आ, ਇਹਦੇ ਵਿੱਚ रकत भी है, ਇਹਦੇ ਵਿੱਚ मिंज भी है, ਇਹਦੇ ਵਿੱਚ नाड़ियां भी है। असीं ਇਹ भी दसता। ਇਹਦੇ ਵਿੱਚ दिल भी है, ਇਹਦੇ ਵਿੱਚ जिगर भी है, ਇਹਦੇ ਵਿੱਚ गुरदे भी है। जो जो सानू पता दस दिता। जिथे तक साड़ी दृष्टि असीं दसिया, लेकिन जद एक पूरन डॉक्टर जिहड़ा वधिया डॉक्टर, ज्ञानी डॉक्टर, ਉਹਦੇ ਕੋਲ गए, ਉਹਨੂੰ ਪੁੱਛਿਆ कि भाई तू दस भी इस शरीर के अंदर की है। आ ਜਿਹੜੀਆਂ 10-20 चीज़ां असीं गिणियां ना, वो 100 चीज़ अंदरों होर कर देगा। शरीर के अंदर आ भी है, ये भी है, क्योंकि वो जी खोज है बड़ी गांह तक आ। और असीं की देखते रहे थे भी यार इस तो आही चीज़ां गिनी जाते हैं। वो कहन लगे ये तो बड़ियां हल्कियां जी चीज़ां, ये तो सारियां नूं पता आ, इसकी गहराई में जाओ बड़ा कुछ मिलता है। अज तक खोज होई जा रही, अज तक, और पता नहीं कदों तक ये खोज चली जानी भी शरीर की है, ये अंदर की है, और ये सारा शरीर किद्दां मूवमेंट करता है, किद्दां कारज करता है, कित्थे जाके किहड़ा विकार आउंदा आ। ये सारा कुछ अज भी खोज चल रही है। अज भी कंप्यूटर की मदद के नाल शरीर को चैक तक किया जाता है, लेकिन वो भी कई बार डॉक्टर कह देंगे कि समझ में नहीं आ रहा भी की चक्कर है, समझ में नहीं पै रही जी। दूजे डॉक्टर के कोल गए, उन्होंने भी 10,000 15,000 20,000 के टैसट करवा दिते, 10-20,000 दी दवाइयां साडे पल्ले मड़ दित्तियां, ते महीने के बाद 15 के दिन बाद वो भी कह दिंदा भी समझ में नहीं आ रहा जी की चक्कर है। वो भी समझ, शरीर की गहराई, एक 4 फुट 5 फुट के शरीर दे विच इन्ना कुछ आ, तो गुरु प्यारी साध संगत जी कदे खोज के तो देखिए। गुरु की बाणी विच भी बड़ा कुछ है। नास्तिक बंदे ने एक गल कर दी कि लो जी सारी बाणी तो गुरु रब नाल जोड़न ते हुई है, रब कित्थे है, रब किसी नूं पता ही नहीं। बड़े आसानी दे नाल उन्होंने गल कह दी। लेकिन गहराई वाले ने जद इनू गहराई नाल विचारिया तो इहदे विचों बड़ा कुछ पा लिया। इस करके गुरु प्यारी साध संगत जी, गुरु का जिहड़ा ज्ञान है ये हर एक इंसान लई जरूरी है। आओ गुरु के ज्ञान नूं हासिल करिए। सोहंग सोहंग जपंदियां कर संतन की सेव। महाराज जी कहते रब का नाम जपदियां जपदियां तू भाई संतां की सेवा करिया कर, महापुरुषों की सेवा करिया कर। मात तात और भ्रात ते प्रिय जान गुरुदेव, और सखा नह जगत में जैसे है गुरुदेव। मात तात और भ्रात ते प्रिय जान गुरुदेव। मां का रिश्ता, बाप का रिश्ता, भैन भरावां का रिश्ता, ये अपनी जगह ते सब सत्कारयोग है। नमस्कार है मां बाप भैन भरावां दे चरनां विच। लेकिन इन्हां तो भी उपर लैके रिश्ता आ, वो है गुरु का रिश्ता। मात तात और भ्रात ते प्रिय जान गुरुदेव,
ਇਸ ਤੋਂ ਵੀ ਪਹਿਲਾ ਰਿਸ਼ਤਾ ਗੁਰੂ ਦਾ ਰਿਸ਼ਤਾ ਆ। ਕਿਉਂਕਿ ਜਿਸ ਤਰ੍ਹਾਂ ਮਾਂ ਬਾਪ ਉਂਗਲ ਪਕੜ ਕੇ ਸਾਨੂੰ ਚੱਲਣਾ ਸਿਖਾਉਂਦੇ ਆ, ਸਾਨੂੰ ਖਾਣਾ ਸਿਖਾਉਂਦੇ ਆ, ਸਾਨੂੰ ਪੀਣਾ ਸਿਖਾਉਂਦੇ ਆ, ਸਾਨੂੰ ਬੈਠਣਾ ਸਿਖਾਉਂਦੇ ਆ, ਸਾਨੂੰ ਬੋਲਣਾ ਸਿਖਾਉਂਦੇ ਆ, ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਨੂੰ ਉਹ ਗਿਆਨ ਦਿੰਦੇ ਆ ਜਿਸ ਗਿਆਨ ਦੇ ਨਾਲ ਅਸੀਂ ਤਿੰਨਾਂ ਲੋਕਾਂ 'ਚ ਵਿਚਰ ਸਕਦੇ ਹਾਂ। ਤਿੰਨਾਂ ਲੋਕਾਂ ਦੇ ਵਿੱਚ ਚਲਾਉਣਾ ਸਾਨੂੰ ਸਾਡੇ ਗੁਰੂ ਸਿਖਾਉਂਦੇ ਆ। ਇਸ ਲਈ ਗੁਰੂ ਦੇ ਚਰਨਾਂ ਨਾਲ ਜੁੜਨਾ ਹਰ ਇੱਕ ਪ੍ਰਾਣੀ ਲਈ ਬੜਾ ਜ਼ਰੂਰੀ ਹੈ। ਬਾਕੀ ਗਹਿਰਾਈ ਹੈ, ਖੋਜ ਹੈ। ਜਿੰਨਾ ਆਪਾਂ ਗਹਿਰਾਈ ਦੇ ਵਿੱਚ ਜਾ ਕੇ ਵਿਚਾਰਾਂਗੇ ਉਨੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਹੋਣੀਆਂ। ਉੱਪਰਲੀ ਅੱਖ ਨਾਲ ਦੇਖਾਂਗੇ ਤਾਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਆ, ਗਹਿਰਾਈ ਵਾਲੀ ਅੱਖ ਨਾਲ ਦੇਖਾਂਗੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਕੀਮਤੀ ਤੋਂ ਕੀਮਤੀ ਰਤਨ ਵੀ ਸਮੁੰਦਰਾਂ ਵਿੱਚ ਭਰੇ ਹੋਏ ਆ। ਲੇਕਿਨ ਉਹਨਾਂ ਕੀਮਤੀ ਰਤਨਾਂ ਨੂੰ ਹਾਸਲ ਕਰ ਲਈ ਸਾਨੂੰ ਉਹਦੀ ਗਹਿਰਾਈ ਤੱਕ ਜਾਣਾ ਪਏਗਾ। ਇਸ ਕਰਕੇ ਗੁਰੂ ਦਾ ਦਰਜਾ ਬੜਾ ਮਹਾਨ ਹੈ, ਗੁਰੂ ਦਾ ਦਰਜਾ ਬੜਾ ਵੱਡਾ ਆ। ਗੁਰੂ ਤੋਂ ਕਦੇ ਬੇਮੁਖ ਨਾ ਹੋਈਏ। ਔਰ ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਫਰਮਾਇਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮੈਂ ਬਲਿਹਾਰ ਜਾਵਾਂ ਆਪਣੇ ਗੁਰਾਂ ਤੋਂ, ਜਿਨ੍ਹਾਂ ਦੀ ਕਿਰਪਾ ਨਾਲ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਜਿਉਂ ਹੀ ਗੁਰੂ ਦੇ ਚਰਨਾਂ ਵਿੱਚ ਆਏ ਤਿਉਂ ਗੁਰੂ ਨੇ ਉਦਾਰ ਕਰ ਦਿੱਤਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਕੱਤਕ ਦਾ ਮਹੀਨਾ ਆਪ ਸਭ ਸੰਗਤਾਂ ਨੂੰ, ਰਵਿਦਾਸੀਆ TV ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਇਹ ਮਹੀਨਾ ਇਹ ਪੂਰੇ ਵਿਸ਼ਵ ਦੇ ਲਈ ਸੁੱਖਾਂ ਭਰਿਆ, ਸ਼ਾਂਤੀ ਨਾਲ ਭਰਿਆ, ਖੁਸ਼ੀਆਂ ਨਾਲ ਭਰਿਆ ਹੋਵੇ। ਇਹੀ ਬੇਨਤੀ ਹੈ, ਇਹੀ ਅਰਦਾਸ ਹੈ। ਬਹੁਤ ਬਹੁਤ ਧੰਨਵਾਦ ਆਈਆਂ ਸਾਰੀਆਂ ਸੰਗਤਾਂ ਦਾ ਔਰ ਰਵਿਦਾਸੀਆ TV ਚੈਨਲ ਦੀ ਪੂਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਮਹਾਨ ਉਪਰਾਲੇ ਆਰੰਭੇ ਹੋਏ ਆ। ਆਓ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਇਹਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰੀਏ, ਜਿਹੜੇ ਸਾਡੇ ਸਮਾਜ ਦੀ, ਕੌਮ ਦੀ, ਦੇਸ਼ ਦੀ ਗੱਲ ਕਰਦੇ ਆ ਔਰ ਇਹ ਗਿਆਨ ਸਾਡੇ ਤੱਕ ਪਹੁੰਚਾਉਂਦੇ ਆ। ਬਹੁਤ ਬਹੁਤ ਧੰਨਵਾਦ। ਜੈ ਗੁਰੂਦੇਵ, ਧੰਨ ਗੁਰੂਦੇਵ।